ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੌੜੀ ਕਬੀਰ ਜੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਥਾ ਵਿਚਾਰ ਲੜੀਵਾਰ ਪਾਵਨ ਅੰਗ 324 ਤੇ ਸਤਿਗੁਰੂ ਕਿਰਪਾ ਕਰ ਰਹੇ ਹਨ। ਇੱਕ ਵਾਰੀ ਅੰਮ੍ਰਿਤ ਵੇਲੇ ਭਗਤ ਕਬੀਰ ਜੀ ਆਪਣੇ ਰੰਗ ਵਿੱਚ ਮਸਤ ਸਨ। ਉੱਧਰੋਂ ਉਸ ਵੇਲੇ ਪਿੰਡ ਵਿੱਚ ਚੋਰ ਆ ਵੜੇ। ਲੋਕਾਂ ਨੂੰ ਪਤਾ ਲੱਗ ਗਿਆ ਤੇ ਚੋਰ ਭੱਜ ਗਏ। ਇੱਕ ਚੋਰ ਪਿੱਛੇ ਰਹਿ ਗਿਆ। ਉਹ ਕਬੀਰ ਜੀ ਦਾ ਬੂਹਾ ਖੁੱਲ੍ਹਾ ਦੇਖ ਕੇ ਘਰ ਆ ਵੜਿਆ ਤੇ ਬੇਨਤੀ ਕੀਤੀ ਕਿ ਭਗਤ ਜੀ, ਮੈਂ ਆਪ ਜੀ ਦੀ ਸ਼ਰਨ ਵਿੱਚ ਆਇਆ ਹਾਂ, ਤੁਸੀਂ ਮੇਰੀ ਰੱਖਿਆ ਕਰੋ, ਲਾਜ ਰੱਖੋ। ਭਗਤ ਜੀ ਕਹਿੰਦੇ ਕਿ ਪਹਿਲਾਂ ਚੋਰੀ ਛੱਡਣ ਦਾ ਪ੍ਰਣ ਕਰ। ਕਹਿਣ ਲੱਗਾ ਕਿ ਮਹਾਰਾਜ, ਅੱਜ ਤੋਂ ਬਾਅਦ ਮੈਂ ਚੋਰੀ ਨਹੀਂ ਕਰਾਂਗਾ। ਕਬੀਰ ਜੀ ਕੋਲ ਇੱਕ ਮੰਜਾ ਵਿਹਲਾ ਪਿਆ ਸੀ। ਉਸ ਉੱਪਰ ਪੈਣ ਲਈ ਕਿਹਾ ਤੇ ਮੰਜਾ ਆਪਣੀ ਪੁੱਤਰੀ ਦੇ ਨਾਲ ਢਹਾ ਦਿੱਤਾ। ਚੋਰ ਉਸ ਮੰਜੇ ਉੱਪਰ ਪੈ ਗਿਆ। ਉੱਧਰੋਂ ਪਿੰਡ ਦੇ ਲੋਕ ਆ ਗਏ। ਕਹਿਣ ਲੱਗੇ ਕਿ ਕਬੀਰ ਜੀ, ਇੱਧਰ ਇੱਕ ਚੋਰ ਆਇਆ ਹੈ, ਕਹਿੰਦੇ ਵੇਖ ਲਵੋ, ਘਰ ਤੁਹਾਡੇ ਕੋਲ ਹੀ ਹੈ। ਉਹ ਘਰ ਦੀ ਤਲਾਸ਼ੀ ਲੈਣ ਲੱਗ ਪਏ, ਕਿਤੋਂ ਨਾ ਨਿਕਲਿਆ। ਫਿਰ ਜੋ ਮੰਜੇ ਡੱਠੇ ਪਏ ਸੀ ਉੱਧਰ ਆਏ ਤਾਂ ਕਬੀਰ ਜੀ ਕਹਿਣ ਲੱਗੇ, ਇੱਕ ਮੰਜਾ ਮੇਰਾ ਹੈ, ਇਹ ਲੋਈ ਦਾ ਹੈ, ਇਹ ਕਮਾਲੇ ਦਾ ਹੈ, ਇਹ ਕਮਾਲੀ ਦਾ ਹੈ, ਅਤੇ ਇਹ ਜੋ ਚੋਰ ਵਾਲਾ ਸੀ ਮੇਰੇ ਜਵਾਈ ਦਾ ਹੈ। ਉਸ ਦੀ ਰੱਖਿਆ ਲਈ ਇਉਂ ਕਹਿ ਦਿੱਤਾ। ਲੋਕ ਚਲੇ ਗਏ। ਉਸ ਵਕਤ ਚੋਰ ਦੀ ਮੰਦ ਦ੍ਰਿਸ਼ਟੀ ਫੁਰ ਆਈ। ਮੰਦੀ ਦ੍ਰਿਸ਼ਟੀ ਫੁਰਨ ਤੋਂ ਇੱਕ ਫਣ ਵਾਲਾ ਸੱਪ ਵਿਚਾਲੇ ਦੇਖਿਆ। ਚੋਰ ਡਰ ਗਿਆ। ਉਸੇ ਵੇਲੇ ਕਬੀਰ ਜੀ ਦੇ ਚਰਨ ਫੜ ਲਏ। ਕਹਿੰਦਾ, ਤੁਸੀਂ ਮੇਰੀ ਰੱਖਿਆ ਕੀਤੀ, ਪਰ ਮੇਰੇ ਅੰਦਰ ਇਹ ਮੰਦੀ ਦ੍ਰਿਸ਼ਟੀ ਫੁਰ ਆਈ, ਮੇਰੀ ਰੱਖਿਆ ਕਰੋ। ਉਸ ਵੇਲੇ ਚੋਰ ਤੋਂ ਚੋਰੀ ਵੀ ਛੁਡਾ ਕੇ ਤੇ ਉਸ ਦੇ ਵਿਕਾਰ ਵੀ ਮੇਟ ਕੇ ਉਸ ਨੂੰ ਨਿਹਾਲ ਕੀਤਾ। ਜਦੋਂ ਸਵੇਰ ਨੂੰ ਲੋਕਾਂ ਨੂੰ ਪਤਾ ਲੱਗਾ ਕਿ ਕਬੀਰ ਜੀ ਨੇ ਚੋਰ ਨੂੰ ਆਪਣੀ ਧੀ ਦੇ ਨਾਲ ਸੁਆ ਕੇ ਉਸ ਦੀ ਰੱਖਿਆ ਕੀਤੀ ਹੈ, ਤਾਂ ਉਹ ਕਬੀਰ ਜੀ ਦੀ ਨਿੰਦਿਆ ਕਰਨ ਲੱਗ ਪਏ। ਕਬੀਰ ਜੀ ਦੇ ਕੋਲ ਆਣ ਕੇ ਕਬੀਰ ਜੀ ਨੂੰ ਬੁਰਾ ਭਲਾ ਕਹਿਣ ਲੱਗੇ। ਤਦੋਂ ਭਗਤ ਕਬੀਰ ਸਾਹਿਬ ਜੀ ਨੇ ਇਹ ਪਾਵਨ ਸ਼ਬਦ ਉਚਾਰਨ ਕੀਤਾ। ਗੌੜੀ ਕਬੀਰ ਜੀ, ਜਬ ਹਮ ਏਕੋ ਏਕ ਕਰ ਜਾਣਿਆ, ਤਬ ਲੋਗਹਿ ਕਾਹੇ ਦੁਖ ਮਾਨਿਆ। ਜਦੋਂ ਅਸੀਂ ਚੋਰਾਂ ਅਤੇ ਸਾਧੂਆਂ ਵਿੱਚ ਇੱਕੋ ਕੇਵਲ ਇੱਕ ਬ੍ਰਹਮ ਨੂੰ ਨਿਸ਼ਚੇ ਕਰਕੇ ਜਾਣ ਲਿਆ ਹੈ, ਤਦੋਂ ਫਿਰ ਤੁਸੀਂ ਲੋਕੋ ਕਿਸ ਪ੍ਰਕਾਰ ਦਾ ਦੁੱਖ ਕਸ਼ਟ ਮੰਨਿਆ ਹੈ। ਉਸ ਵੇਲੇ ਇੱਕ ਹੋਰ ਬੋਲਿਆ ਕਿ ਇਹ ਕਬੀਰ ਤਾਂ ਬੜਾ ਬੇਪੱਤਾ ਹੈ। ਇਹ ਤਾਂ ਸਾਧਾਂ ਨੂੰ ਭੋਜਨ ਛਕਾਉਣ ਵਾਸਤੇ ਮੀਂਹ ਪੈਂਦੇ ਵਿੱਚ ਲੋਈ ਨੂੰ ਕਾਕੂ ਬਾਣੀਏ ਕੋਲ ਛੱਡ ਆਇਆ ਸੀ। ਸੰਤਨ ਹਿਤ ਵੇਚੀ ਨਿਜ ਤੀਆ, ਚੋਰ ਸਵਾਲ ਦਿਓ ਸੰਗ ਧੀਆ। ਇੱਕ ਵਾਰ ਭਗਤ ਕਬੀਰ ਸਾਹਿਬ ਜੀ ਦੇ ਘਰ ਸੰਤਾਂ ਮਹਾਤਮਾ ਦੀ ਮੰਡਲੀ ਆ ਗਈ। ਉਸ ਦਿਨ ਘਰ ਵਿੱਚ ਕੋਈ ਪਦਾਰਥ ਵੀ ਨਹੀਂ ਸੀ। ਭਗਤ ਜੀ ਕਿਸੇ ਆਏ ਹੋਏ ਨੂੰ ਖਾਲੀ ਨਹੀਂ ਸੀ ਮੋੜਦੇ। ਉਹਨਾਂ ਨੇ ਲੋਈ ਨੂੰ ਕਿਹਾ, ਜੇਕਰ ਇਹ ਆਪਣੇ ਘਰੋਂ ਖਾਲੀ ਚਲੇ ਗਏ ਤਾਂ ਅਸੀਂ ਦੋਸ਼ ਦੇ ਭਾਗੀ ਹੋਵਾਂਗੇ। ਇਸ ਕਰਕੇ ਇਹਨਾਂ ਮਹਾਤਮਾ ਜਨਾਂ ਨੂੰ ਪ੍ਰਸ਼ਾਦਾ ਪਾਣੀ ਛਕਾਉਣ ਵਾਸਤੇ ਕੋਈ ਬੰਦੋਬਸਤ ਜ਼ਰੂਰ ਕਰਨਾ ਹੋਵੇਗਾ। ਉਸ ਵੇਲੇ ਲੋਈ ਇੱਕ ਬਾਣੀਏ ਦੀ ਦੁਕਾਨ 'ਤੇ ਗਈ। ਜੋ ਬਾਣੀਆ ਪਹਿਲਾਂ ਵੀ ਲੋਈ ਵੱਲ ਮੰਦ ਦ੍ਰਿਸ਼ਟੀ ਨਾਲ ਤੱਕਦਾ ਸੀ, ਉਸ ਦਿਨ ਲੋਈ ਨੂੰ ਆਪਣੀ ਦੁਕਾਨ 'ਤੇ ਵੇਖ ਕੇ ਬਹੁਤ ਖੁਸ਼ ਹੋਇਆ ਤੇ ਕਹਿੰਦਾ ਕਿ ਆਪ ਕਿਵੇਂ ਆਏ ਹੋ। ਤਾਂ ਲੋਈ ਨੇ ਕਿਹਾ ਕਿ ਸੌਦਾ ਚਾਹੀਦਾ ਹੈ, ਪਰ ਕੋਈ ਪੈਸਾ ਨਹੀਂ ਹੈ। ਤਾਂ ਇਸ ਵਿਸ਼ਈ ਬਾਣੀਏ ਨੇ ਕਿਹਾ, ਕੋਈ ਗੱਲ ਨਹੀਂ, ਤੁਹਾਨੂੰ ਜੋ ਚਾਹੀਦਾ ਉਹ ਲੈ ਜਾਵੋ, ਪਰ ਮੇਰੇ ਮਨ ਦੀ ਇੱਛਾ ਜ਼ਰੂਰ ਪੂਰੀ ਕਰ ਦਿਓ। ਤਾਂ ਲੋਈ ਨੇ ਉਸ ਦੀ ਮੰਦ ਦ੍ਰਿਸ਼ਟੀ ਸਮਝ ਕੇ ਕਿਹਾ ਕਿ ਮੈਂ ਰਾਤ ਨੂੰ ਤੇਰੇ ਕੋਲ ਆਵਾਂਗੀ। ਲੋਈ ਸਭ ਪਦਾਰਥ ਲੈ ਕੇ ਘਰ ਆ ਗਈ। ਆ ਕੇ ਪ੍ਰਸ਼ਾਦਾ ਤਿਆਰ ਕਰਕੇ ਸੰਤਾਂ ਨੂੰ ਛਕਾਇਆ। ਸੰਤ ਪ੍ਰਸੰਨ ਹੋ ਕੇ ਪ੍ਰਸ਼ਾਦਾ ਛਕ ਕੇ ਚਲੇ ਗਏ। ਮਗਰੋਂ ਲੋਈ ਨੇ ਕਬੀਰ ਜੀ ਨੂੰ ਕਿਹਾ ਕਿ ਮੈਂ ਬਾਣੀਏ ਨੂੰ ਬਚਨ ਦੇ ਕੇ ਆਈ ਹਾਂ ਕਿ ਰਾਤ ਨੂੰ ਤੇਰੇ ਕੋਲ ਆਵਾਂਗੀ, ਪਰੰਤੂ ਹੁਣ ਮੀਂਹ ਵੀ ਬਹੁਤ ਪੈਣ ਲੱਗ ਗਿਆ। ਜੇਕਰ ਨਹੀਂ ਜਾਂਦੀ
ਤਾਂ ਬਚਨਾਂ ਤੋਂ ਝੂਠੀ ਹੁੰਦੀ ਆ। ਤੁਸੀਂ ਹੀ ਕੋਈ ਹੱਲ ਦੱਸੋ। ਤਾਂ ਭਗਤ ਕਬੀਰ ਜੀ ਲੋਈ ਨੂੰ ਆਪਣੇ ਮੋਢਿਆਂ 'ਤੇ ਚੁੱਕ ਕੇ ਉੱਪਰ ਖੇਸੀ ਦੇ ਕੇ ਬਾਣੀਏ ਦੀ ਦੁਕਾਨ ਪਰ ਛੱਡ ਆਏ। ਬਾਣੀਆਂ ਪਹਿਲਾਂ ਤੋਂ ਹੀ ਉਡੀਕ ਕਰ ਰਿਹਾ ਸੀ। ਇੰਨੇ ਨੂੰ ਲੋਈ ਨੇ ਦਰਵਾਜ਼ਾ ਖੜਕਾਇਆ। ਬਾਣੀਏ ਨੇ ਦਰਵਾਜ਼ਾ ਖੋਲ੍ਹਿਆ ਤਾਂ ਲੋਈ ਨੂੰ ਸਾਹਮਣੇ ਦੇਖ ਕੇ ਪਹਿਲਾਂ ਤਾਂ ਬਹੁਤ ਖੁਸ਼ ਹੋਇਆ। ਫਿਰ ਜਦੋਂ ਇਹਨੇ ਮੋਹਲੇ ਧਾਰ ਮੀਂਹ ਦੇ ਪੈਣ ਕਰਕੇ ਲੋਈ ਦੇ ਕੱਪੜੇ 'ਤੇ ਉੱਪਰ ਲਈ ਲੋਈ ਖੇਸੀ ਬਿਲਕੁਲ ਸੁੱਕੀ ਦੇਖੀ ਤਾਂ ਬਹੁਤ ਹੈਰਾਨ ਹੋਇਆ। ਉਸਨੇ ਪੁੱਛਿਆ ਕਿ ਇੰਨਾ ਤੇਜ਼ ਮੀਂਹ ਪੈ ਰਿਹਾ, ਗਲੀਆਂ ਬਾਜ਼ਾਰ ਸਾਰੇ ਪਾਣੀ ਨਾਲ ਲਬਾਲਬ ਭਰੇ ਆ, ਪਰ ਤੇਰੇ ਕੱਪੜੇ ਥੋੜ੍ਹੇ ਜਿੰਨੇ ਵੀ ਭਿੱਜੇ ਨਹੀਂ, ਬਿਲਕੁਲ ਹੀ ਸੁੱਕੇ ਹਨ। ਤਾਂ ਲੋਈ ਨੇ ਕਿਹਾ ਕਿ ਤੂੰ ਇਸ ਗੱਲ ਤੋਂ ਕੀ ਲੈਣਾ ਹੈ, ਤੂੰ ਆਪਣਾ ਕੰਮ ਕਰ। ਮੈਂ ਆਪਣੇ ਦਿੱਤੇ ਹੋਏ ਬਚਨ ਅਨੁਸਾਰ ਤੇਰੇ ਕੋਲ ਪੁੱਜ ਗਈ ਹਾਂ, ਕਿਉਂਕਿ ਬਚਨ ਨੂੰ ਪਾਲਣ ਲਈ ਤਾਂ ਕਿਸੇ ਨੇ ਕਿਹਾ ਹੈ, ਬਚਨ ਹੇਤ ਸ੍ਰੀ ਰਾਮ ਚੰਦ ਲੰਕਪਤ ਕੀਓ ਭੀਸ਼ਣ, ਬਚਨ ਹੇਤ ਬਲਰਾਓ ਗਇਓ ਪਾਤਾਲ ਸੋ ਤਤਛਣ, ਬਚਨ ਹੇਤ ਹਰੀ ਚੰਦ ਨੀਚ ਕਰ ਨੀਰ ਭਰਾਇਓ, ਬਚਨ ਹੇਤ ਬਨਵਾਸ ਪਾਂਡਵਾਂ ਕਸ਼ਟ ਉਠਾਇਓ, ਕਹਿ ਕੇ ਬਚਨ ਜੋ ਟਲ ਜਾਏ ਫੜ ਕਟਾਰ ਤੇ ਕਟੀਏ, ਸਾਈਂ ਲੋਕ ਕਹਿ ਸੁਣ ਸੱਜਣਾ ਬਚਨੋਂ ਮੂਲ ਨਾ ਹਟੀਏ। ਇਸ ਪ੍ਰਕਾਰ ਦੇ ਲੋਈ ਦੇ ਬਚਨਾਂ ਨੂੰ ਸੁਣ ਕੇ ਤੇ ਸੌਦਾ ਖੜਨ ਦਾ ਕਾਰਨ ਪੁੱਛ ਕੇ ਬਾਣੀਏ ਦਾ ਮਨ ਸ਼ੁੱਧ ਹੋ ਗਿਆ ਤੇ ਲੋਈ ਜੀ ਦੇ ਪੈਰੀਂ ਡਿੱਗ ਪਿਆ। ਕਹਿੰਦਾ ਕਿ ਤੁਸੀਂ ਮੇਰੇ ਧਰਮ ਦੇ ਮਾਤਾ ਹੋ, ਮੇਰੇ ਔਗਣਾਂ ਨੂੰ ਬਖਸ਼ ਦੇਣਾ। ਸੋ ਫਿਰ ਲੋਈ ਜੀ ਉਸ ਨੂੰ ਆਪਣਾ ਪੁੱਤਰ ਸਮਝ ਕੇ ਉੱਥੋਂ ਆਪਣੇ ਘਰ ਵਿੱਚ ਆ ਗਈ। ਫਿਰ ਅਗਲੇ ਦਿਨ ਬਾਣੀਏ ਨੇ ਕਬੀਰ ਜੀ ਤੋਂ ਵੀ ਮੁਆਫੀ ਮੰਗੀ ਸੀ। ਸੋ ਇਸੇ ਗੱਲ ਨੂੰ ਲੈ ਕਰਕੇ ਕਬੀਰ ਨੇ ਆਪਣੀ ਪਤਨੀ ਲੋਈ ਨੂੰ ਬਾਣੀਏ ਦੀ ਦੁਕਾਨ 'ਤੇ ਛੱਡਿਆ ਸੀ। ਲੋਕਾਂ ਨੇ ਭਗਤ ਕਬੀਰ ਜੀ ਨੂੰ ਬੇਪਤਾ ਕਿਹਾ ਤਾਂ ਅੱਗੋਂ ਭਗਤ ਜੀ ਕਹਿਣ ਲੱਗੇ, ਹਮ ਅਪਤਹਿ ਆਪਣੀ ਪਤ ਖੋਈ, ਹਮਰੈ ਖੋਜ ਪਰਹੋ ਮਤ ਕੋਈ ਰਹਾਉ। ਹਮ ਅਪਤਹਿ, ਹੇ ਲੋਕੋ, ਜੇਕਰ ਅਸੀਂ ਅਪਤਹਿ ਬੇਪਤੇ ਹਾਂ ਤਾਂ ਫਿਰ ਆਪਣੀ ਹੀ ਪਤ ਇੱਜ਼ਤ ਖੁਆਈ ਗਵਾਈ ਹੈ, ਤੁਹਾਡਾ ਤਾਂ ਨਹੀਂ ਕੁਝ ਗਿਆ। ਸਾਡੇ ਖੋਜ ਰਸਤੇ 'ਤੇ ਕੋਈ ਵੀ ਮਤਾਂ ਪੈਣਾ ਕਰੂ। ਰਹਾਉ, ਫਿਰ ਹੋਰ ਲੋਕ ਬੋਲੇ ਕਿ ਕਬੀਰ ਤਾਂ ਹਰ ਵੇਲੇ ਮੰਦਿਆਂ ਪੁਰਖਾਂ ਦੀ ਸੰਗਤ ਕਰਦਾ ਹੈ, ਇਹ ਤਾਂ ਬ੍ਰਾਹਮਣਾਂ ਨੂੰ ਹਟਾ ਕੇ ਸਾਧਾਂ ਦੀ ਪੂਜਾ ਕਰਦਾ ਹੈ, ਇਹ ਬਹੁਤ ਮੰਦਾ ਹੈ। ਤਾਂ ਭਗਤ ਕਬੀਰ ਜੀ ਫਰਮਾਉਂਦੇ ਹਨ, ਹਮ ਮੰਦੇ ਮਨ ਮਾਹੀ, ਸਾਜ ਪਾਤ ਕਾਹੂ ਸਿਓ ਨਾਹੀ। ਹੇ ਭਾਈ, ਜੇਕਰ ਅਸੀਂ ਮੰਦੇ ਬੁਰੇ ਹਾਂ ਤਾਂ ਆਪਣੇ ਮਨ ਚਿੱਤ ਮਾਹੀ ਵਿੱਚ ਹੀ ਮੰਦੇ ਬੁਰੇ ਹਾਂ। ਤੁਹਾਡੀ ਬ੍ਰਾਹਮਣਾਂ ਛਤਰੀਆਂ ਦੀ ਪਾਤ ਪੰਗਤ ਦੇ ਨਾਲ ਕਾਹੂ ਕਿਸੇ ਪ੍ਰਕਾਰ ਸਾਡੀ ਸਾਂਝੇਦਾਰੀ ਤਾਂ ਨਹੀਂ ਨਾ, ਭਾਵ ਤੁਹਾਡੇ ਕਿਸੇ ਨਾਲ ਸਾਡਾ ਵਰਤਨ ਵਿਵਹਾਰ ਨਹੀਂ ਹੈ। ਫਿਰ ਲੋਕ ਕਹਿਣ ਲੱਗੇ, ਤੇਰੀ ਪੱਤ ਵਿਗੜ ਗਈ ਹੈ। ਤਾਂ ਕਹਿਣ ਲੱਗੇ, ਪਤ ਅਪਤ ਤਾ ਕੀ ਨਹੀਂ ਲਾਜ, ਤਬ ਜਾਨੋਗੇ ਜਬ ਉਗਰੈ ਗੋਪਾਜ। ਇਹ ਗੱਲ ਚੇਤੇ ਰੱਖੋ, ਪਤ ਇੱਜ਼ਤ ਕਿਸ ਦੀ ਰਹਿੰਦੀ ਹੈ ਅਤੇ ਅਪਤ ਬੇਪਤਾ ਕੌਣ ਹੁੰਦਾ। ਤਿਸ ਗੱਲ ਦੀ ਤੁਹਾਨੂੰ ਲੱਜਿਆ ਨਹੀਂ। ਇਸ ਗੱਲ ਨੂੰ ਤੁਸੀਂ ਤਦੋਂ ਜਾਣੋਗੇ ਜਦੋਂ ਤੁਹਾਡਾ ਪਖੰਡ ਉਗੜ ਜਾਵੇਗਾ, ਖੁੱਲ੍ਹੇਗਾ। ਇਹ ਗੱਲ ਸੁਣ ਕੇ ਉਹਨਾਂ ਵਿੱਚੋਂ ਇੱਕ ਭਗਤ ਜੀ ਦੇ ਚਰਨਾਂ ਉੱਪਰ ਡਿੱਗ ਪਿਆ ਅਤੇ ਕਹਿਣ ਲੱਗਾ ਕਿ ਆਪ ਜੀ ਮੇਰੀ ਪੱਤ ਰੱਖ ਲਵੋ। ਤਾਂ ਭਗਤ ਜੀ ਫਰਮਾਉਂਦੇ, ਕਹੋ ਕਬੀਰ ਪਤ ਹਰ ਪਰਵਾਨ, ਸਰਬ ਤਿਆਗ ਭਜ ਕੇਵਲ ਨਾਮ। ਭਗਤ ਕਬੀਰ ਸਾਹਿਬ ਕਥਨ ਕਰਦੇ ਹਨ ਕਿ ਹੇ ਭਾਈ, ਪਦ ਇੱਜ਼ਤ ਪ੍ਰਤਿਸ਼ਠਾ ਉਸ ਦੀ ਹੀ ਰਹਿੰਦੀ ਜਿਸ ਨੂੰ ਪਰਮੇਸ਼ਰ ਆਪਣੀ ਦਰਗਾਹ ਵਿੱਚ ਪ੍ਰਮਾਣ ਕਰ ਲਵੇ। ਜੇਕਰ ਹਰੀ ਦੇ ਦਰ 'ਤੇ ਪ੍ਰਵਾਨ ਹੋ ਜਾਈਏ ਤਾਂ ਪਤ ਆਬਰੂ ਰਹਿੰਦੀ ਹੈ। ਇਸ ਕਰਕੇ ਸਾਰੀਆਂ ਮਾਇਕੀ ਚੀਜ਼ਾਂ ਨੂੰ ਤਿਆਗ ਛੱਡ ਕੇ ਕੇਵਲ ਤੇ ਕੇਵਲ ਸਿਰਫ ਪਰਮੇਸ਼ਰ ਦਾ ਨਾਮ ਭਜਨ ਸਿਮਰਨਾ ਕਰੋ। ਗੌੜੀ ਕਬੀਰ ਜੀ। ਫਿਰ ਇੱਕ ਵਾਰ ਭਗਤ ਕਬੀਰ ਜੀ ਦੇ ਪਾਸ 4 ਭੇਖਾਂ ਨਾਂਗਾ, ਚਮਰਪੋਸ਼, ਪਰਮਹੰਸ, ਸੰਨਿਆਸੀ, ਜਤੀ, ਇਹ ਸਾਰੇ 4 ਭੇਖਾਂ ਵਾਲੇ ਆਏ। ਪਹਿਲਾ ਬੋਲਿਆ, ਦੇਖੋ ਜੀ, ਸਭ ਜੀਵ ਨੰਗੇ ਹੀ ਆਏ ਹਨ ਅਤੇ ਮਰ ਕੇ ਨੰਗੇ ਹੀ ਚਲੇ ਜਾਣਾ ਹੈ। ਫਿਰ ਵਿਚਾਲੇ ਕੱਪੜੇ ਪਾਉਣ ਦੀ ਕੀ ਲੋੜ ਹੈ।
ਇਸ ਕਰਕੇ ਅਲਫ ਨੰਗਾ ਰਹਿਣਾ ਚਾਹੀਦਾ। ਇਹ ਮੇਰਾ ਮਤ ਹੈ। ਦੂਸਰਾ ਬੋਲਿਆ ਕਿ ਸਰੀਰ ਉੱਪਰ ਚਮਰਪੋਸ਼ ਚਮੜਾ ਰੱਖਣਾ ਚਾਹੀਦਾ। ਤੀਸਰਾ ਕਹਿੰਦਾ ਜੀ ਮੇਰਾ ਇਹ ਮਤ ਹੈ ਕਿ ਸਿਰ ਮੂੰਹ ਮਨਾ ਕੇ, ਭਾਵ ਬਾਲ ਤਾਂ ਐਵੇਂ ਜੰਜਾਲ ਹੀ ਆ, ਇਹਨਾਂ ਨੂੰ ਮਨਾ ਕੇ ਘੋਣ ਮੋਨ ਹੋ ਕੇ ਸੰਨਿਆਸੀ ਬਣਨਾ ਚਾਹੀਦਾ। ਚੌਥਾ ਬੋਲਿਆ ਕਿ ਜਤੀ ਰਹਿਣਾ ਚਾਹੀਦਾ, ਭਾਵ ਬਿੰਦ ਨੂੰ ਸਾਂਭ ਕੇ ਰੱਖਣਾ ਚਾਹੀਦਾ। ਇਉਂ ਇਹਨਾਂ ਵਿੱਚ ਝਗੜਾ ਵੱਧ ਗਿਆ ਤਾਂ ਭਗਤ ਕਬੀਰ ਸਾਹਿਬ ਜੀ ਇਹਨਾਂ ਚੌਹਾਂ ਨੂੰ ਸਾਂਝਾ ਉਪਦੇਸ਼ ਆਪਣੇ ਸਪਾਵਨ ਚੌਥੇ ਸ਼ਬਦ ਵਿੱਚ ਫਰਮਾਉਂਦੇ ਹਨ। ਨਗਨ ਫਿਰਤ ਜੋ ਪਾਈਐ ਜੋਗ, ਬਨ ਕਾ ਮਿਰਗ ਮੁਕਤ ਸਭ ਹੋਗ। ਗੌੜੀ ਕਬੀਰ ਜੀ ਨਗਨ ਫਿਰਤ ਜੋ ਪਾਈਐ ਜੋਗ। हे ਭਾਈ, ਜੇਕਰ ਨੰਗੇ ਫਿਰਨ ਕਰਕੇ ਹੀ ਜੋਗ ਨੂੰ ਪਾਈਦਾ ਹੈ, ਪਰਮੇਸ਼ਰ ਵਿੱਚ ਜੁੜਨਾ ਪਾਈਏ, ਫਿਰ ਜੰਗਲ ਦਾ ਮਿਰਗ, ਹਿਰਨ ਅਤੇ ਹੋਰ ਸਾਰੇ ਜੰਗਲ ਵਿੱਚ ਵਿਚਰਨ ਵਾਲੇ ਜੀਵ ਜੰਤੂ ਮੋਖ ਨੂੰ ਪ੍ਰਾਪਤ ਹੋਣੇ ਚਾਹੀਦੇ ਸਨ, ਕਿਉਂਕਿ ਉਹ ਕਿਹੜਾ ਸਰੀਰ ਉੱਪਰ ਕੋਈ ਵਸਤਰ ਧਾਰਦੇ ਆ, ਨੰਗੇ ਹੀ ਰਹਿੰਦੇ ਆ। ਇਹ ਸੁਣ ਕੇ ਚਮਰਪੋਸ਼ ਹੱਸ ਪਿਆ ਤੇ ਕਹਿੰਦਾ ਕਿ ਨਾਂਗਿਆ, ਦੇਖ ਮੇਰਾ ਮਤ ਸਿੱਧ ਹੋ ਗਿਆ ਕਿ ਨਹੀਂ, ਤੈਨੂੰ ਤਾਂ ਕਬੀਰ ਜੀ ਨੇ ਵੀ ਖੰਡਨ ਕਰ ਦਿੱਤਾ, ਸਿਰਫ ਮੇਰਾ ਹੀ ਮਤ ਠੀਕ ਹੈ। ਤਾਂ ਕਬੀਰ ਜੀ ਕਹਿਣ ਲੱਗੇ, ਕਿਆ ਨਾਗੇ ਕਿਆ ਬਾਧੇ ਚਾਮ, ਜਬ ਨਹੀਂ ਚੀਨਸ ਆਤਮ ਰਾਮ ਰਹਾਉ। हे ਭਾਈ, ਕੀ ਹੋ ਗਿਆ ਜੇਕਰ ਨੰਗੇ ਰਹਿ ਪਵੇ, ਤੇ ਕੀ ਹੋ ਗਿਆ ਜੇਕਰ ਸਰੀਰ ਉੱਪਰ ਚਮੜਾ ਬੰਨ੍ਹ ਲਿਆ ਹੈ। ਇਸ ਚਮੜੀ ਵਿੱਚ ਹੀ ਬੰਨੇ ਰਹਿੰਦੇ ਹੋ ਕਿ ਮੈਂ ਦੇਹ ਹਾਂ, ਮੈਂ ਦੇਹ ਹਾਂ। ਜਦੋਂ ਤੱਕ ਆਤਮ ਆਪਣੇ ਆਪ ਨੂੰ ਪਰਮੇਸ਼ਰ ਦੀ ਅੰਸ਼ ਕਰਕੇ ਨਹੀਂ ਜਾਣਦੇ, ਆਤਮਾ ਅਤੇ ਪਰਮਾਤਮਾ ਨੂੰ ਇੱਕ ਰੂਪ ਕਰਕੇ ਨਹੀਂ ਜਾਣਦੇ, ਉਹਨਾਂ ਚਿਰ ਮੁਕਤੀ ਨਹੀਂ ਪ੍ਰਾਪਤ ਹੋਣੀ। ਆਤਮ ਮਹਿ ਰਾਮ, ਰਾਮ ਮਹਿ ਆਤਮ, ਚੀਨਸ ਗੁਰ ਵਿਚਾਰਾ। ਇਹ ਸੁਣ ਕੇ ਸੰਨਿਆਸੀ ਬਹੁਤ ਖੁਸ਼ ਹੋਇਆ ਤੇ ਕਹਿੰਦਾ, ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਮੇਰਾ ਹੀ ਮਤ ਠੀਕ ਹੋਣਾ। ਸਿਰ ਪਰ ਘੋਟਾ ਤੇ ਤੇੜ ਲੰਗੋਟਾ, ਬਾਬਾ ਜੀ ਮੋਟਾ, ਇੱਕੋ ਜਿਹਾ ਹੱਥ ਵਿੱਚ ਸੋਟਾ, ਇਹੋ ਜਿਹਾ ਹੀ ਬਣਨਾ ਚਾਹੀਦਾ ਹੈ। ਤਾਂ ਕਬੀਰ ਜੀ ਉਸ ਸੰਨਿਆਸੀ ਨੂੰ ਉਪਦੇਸ਼ ਦਿੰਦੇ ਹੋਏ ਫਰਮਾਉਂਦੇ ਹਨ, ਮੂਡ ਮੁੰਡਾਏ ਜੋ ਸਿੱਧ ਪਾਈ, ਮੁਕਤੀ ਭੇਡ ਨ ਗਈਆ ਕਾਈ। हे ਭਾਈ, ਜੇਕਰ ਮੂਡ ਸਿਰ ਮੁੰਡਾਏ ਮਨਾਉਣ ਕਰਕੇ ਹੀ ਸਿੱਧ ਮੁਕਤੀ ਦੀ ਪ੍ਰਾਪਤੀ ਹੁੰਦੀ ਤਾਂ ਭੇਡਾਂ ਤਾਂ ਹਰ 6 ਮਹੀਨੇ ਬਾਅਦ ਮੁੰਨੀਆਂ ਜਾਂਦੀਆਂ, ਪਰ ਕਲਿਆਣ ਨੂੰ ਪ੍ਰਾਪਤ ਹੋਣ ਲਈ ਵਿਵਾਨ 'ਤੇ ਚੜ੍ਹ ਕੇ ਸਵਰਗਾਂ ਨੂੰ ਕੋਈ ਵੀ ਭੇਡ ਨਹੀਂ ਜਾਂਦੀ ਵੇਖੀ, ਭਾਵ ਨਹੀਂ ਜਾਂਦੀਆਂ। ਭਗਤ ਕਬੀਰ ਸਾਹਿਬ ਆਪਣੇ ਸਲੋਕਾਂ ਵਿੱਚ ਵੀ ਫਰਮਾਉਂਦੇ ਨਾ, ਜੋ 1369 ਅੰਗ 'ਤੇ ਸੁਭਾਏਮਾਨ ਹਨ। ਕਬੀਰ ਮਨ ਮੁੰਡਿਆ ਨਹੀਂ, ਕੇਸ ਮੁੰਡਾਏ ਕਾਏ, ਜੋ ਕਿਛ ਕੀਆ ਸੋ ਮਨ ਕੀਆ, ਮੁੰਡਾ ਮੂੰਡ ਅਜਾਏ। ਇਹ ਸੁਣ ਕੇ ਜਤੀ ਬੋਲ ਉੱਠਿਆ ਕਿ ਤੁਹਾਡੇ ਸਾਰਿਆਂ ਦੇ ਮਤ ਕਬੀਰ ਜੀ ਨੇ ਖੰਡਨ ਕਰ ਦਿੱਤੇ ਹਨ, ਬਸ ਮੇਰਾ ਮਤ ਹੀ ਕਬੀਰ ਜੀ ਨੇ ਮੰਨ ਲਿਆ ਹੈ। ਤਾਂ ਕਬੀਰ ਜੀ ਕਹਿਣ ਲੱਗੇ, ਬਿੰਦ ਰਾਖ ਜੋ ਤਰੀਐ ਭਾਈ, ਖੁਸਰੈ ਕਿਉਂ ਨਾ ਪਰਮਗਤ ਪਾਈ। हे ਭਾਈ, ਮੇਰੇ ਭਰਾਵੋ, ਜੇਕਰ ਬਿੰਦ ਵੀਰਜ ਨੂੰ ਸਾਂਭ ਕੇ ਰੱਖਣ ਨਾਲ ਹੀ ਸੰਸਾਰ ਸਮੁੰਦਰ ਤੋਂ ਤਰ ਜਾਈਏ, ਤਾਂ ਫਿਰ ਖੁਸਰੇ ਹਿਜੜੇ ਸਾਰੇ ਤਰ ਜਾਣੇ ਚਾਹੀਦੇ ਸੀ। ਉਹ ਪਰਮ ਗਤੀ ਨੂੰ, ਕੇਵਲ ਮੋਖ ਨੂੰ ਪ੍ਰਾਪਤ ਹੋਣੇ ਚਾਹੀਦੇ ਸੀ, ਕਿਉਂਕਿ ਖੁਸਰੇ ਕੋਲ ਤਾਂ ਬਿੰਦ ਹੁੰਦੀ ਨਹੀਂ। ਜਤ ਰੱਖਣਾ ਵੀ ਬਹੁਤ ਜ਼ਰੂਰੀ ਹੈ, ਪਰੰਤੂ ਜੋ ਲੋਕ ਦਿਖਾਵੇ ਵਿੱਚ ਬੜਾ ਜਤੀ ਅਖਵਾਉਂਦੇ ਤੇ ਜਤ ਪੁਣੇ ਦਾ ਹੰਕਾਰ ਕਰਦੇ ਹਨ, ਉਹਨਾਂ ਨੂੰ ਮੁਕਤੀ ਨਹੀਂ ਮਿਲਣੀ। ਜੈਸਾ ਕਿ ਇੱਕ ਬਿੰਦ ਜਤਨ ਕਰ ਰਾਖਦੇ, ਸੇ ਜਤੀ ਕਹਾਵਹਿ, ਬਿਨ ਗੁਰ ਸ਼ਬਦ ਨ ਛੂਟਹਿ, ਭ੍ਰਮ ਆਵਹਿ ਜਾਵਹਿ। ਮਾਰੇ ਕਹਿੰਦੇ, ਜੇਕਰ ਬਿੰਦ ਰੱਖਿਆ ਵੀ ਉਹ ਨਾਮ ਨਹੀਂ ਨਾ ਜਪਦੇ, ਰਹਿਤ ਮਰਿਆਦਾ ਵਿੱਚ ਨਹੀਂ ਚੱਲਦੇ, ਗੁਰੂ ਵਾਲੇ ਨਹੀਂ ਬਣਦੇ, ਉਹ ਆਉਂਦੇ ਜੰਮਦੇ ਤੇ ਜਾਵੇ ਮਰਦੇ ਰਹਿਣਗੇ। ਹੁਣ ਅੱਗੇ ਕਬੀਰ ਸਾਹਿਬ ਜੀ ਆਪਣਾ ਸਿਧਾਂਤ ਫਰਮਾਉਂਦੇ ਹਨ, ਕਹੋ ਕਬੀਰ ਸੁਨੋ ਨਰ ਭਾਈ, ਰਾਮ ਨਾਮ ਬਿਨ ਕਿਨ ਗਤ ਪਾਈ। ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਹਨ ਕਿ हे ਨਰ ਪੁਰਸ਼ੋ, ਚੇਤਨ ਦੀ ਅੰਸ਼ ਹੋਣ ਕਰਕੇ ਮੇਰੇ ਭਰਾਵੋ ਇਹ ਸੁਣਨਾ ਕਰੋ, ਪਰਮੇਸ਼ਰ ਦੇ ਨਾਮ ਤੋਂ ਬਗੈਰ ਕਿਸੇ ਨੇ ਵੀ ਮੁਕਤੀ ਪ੍ਰਾਪਤ ਨਹੀਂ ਕੀਤੀ।
ਭਾਵ ਕਿਸੇ ਕੋਲੋਂ ਨਹੀਂ ਪ੍ਰਾਪਤ ਹੁੰਦੀ। ਪਰਮੇਸ਼ਰ ਦਾ ਨਾਮ ਸਿਮਰਨ ਕਰਨ ਕਰਕੇ ਹੀ ਰੱਖਿਆ ਹੋਇਆ ਜਤ ਸਫਲ ਹੈ ਅਤੇ ਸਾਰੇ ਸ਼ੁਭ ਗੁਣ ਆਪਣੇ ਆਪ ਅੰਦਰ ਆ ਜਾਂਦੇ ਹਨ। ਸੋ ਅਗਲਾ ਜੋ ਪੰਜਵਾਂ ਸ਼ਬਦ ਹੈ, ਇੱਕ ਦਿਨ ਕਬੀਰ ਸਾਹਿਬ ਜੀ ਰਸਤੇ ਵਿੱਚ ਤੁਰੇ ਜਾ ਰਹੇ ਸਨ ਤਾਂ ਇੱਕ ਬ੍ਰਾਹਮਣ ਗੰਗਾ ਦੇ ਕਿਨਾਰੇ ਦੁਪਹਿਰ ਦੀ ਸੰਧਿਆ ਕਰ ਰਿਹਾ ਸੀ। ਉਸਨੇ ਕਬੀਰ ਜੀ ਨੂੰ ਕਿਹਾ ਕਿ ਤ੍ਰੈਕਾਲ ਸੰਧਿਆ ਕਰਨ ਨਾਲ ਮੋਕਸ਼ ਦੀ ਪ੍ਰਾਪਤੀ ਹੁੰਦੀ ਹੈ। ਤਾਂ ਉਸ ਵੇਲੇ ਕਬੀਰ ਸਾਹਿਬ ਜੀ ਨੇ ਕਿਹਾ, ਸੰਧਿਆ ਗੌੜੀ ਕਬੀਰ ਜੀ, ਸੰਧਿਆ ਪ੍ਰਾਤ ਇਸਨਾਨ ਕਰਾਹੀ, ਜਿਉ ਭਏ ਦਾਦਰ ਪਾਣੀ ਮਾਹੀ। ਹੇ ਭਾਈ, ਜੋ ਸੰਧਿਆ ਸਾਂਝ ਪ੍ਰਾਤ ਸਵੇਰ ਅਤੇ ਦੁਪਹਿਰ ਨੂੰ ਚੰਗਾ ਸਮਾਂ ਸਮਝ ਕੇ ਇਸ਼ਨਾਨ ਨਹਾਉਣਾ ਕਰਦਾ ਹੈ, ਸਵੇਰ ਨੂੰ, ਦੁਪਹਿਰ ਨੂੰ ਤੇ ਰਾਤ ਨੂੰ ਇਸ਼ਨਾਨ ਆਦਿ ਕਰਕੇ ਧਰਮ ਸ਼ਾਸਤਰਾਂ ਅਨੁਸਾਰ ਪ੍ਰਾਣਾਯਾਮ ਜਪ ਆਦਿ ਕਰਦਾ ਹੈ, ਇਹ ਤਾਂ ਇਸ ਪ੍ਰਕਾਰ ਹੈ ਜਿਵੇਂ ਪਾਣੀ ਦੇ ਮਾਹੀ ਵਿੱਚ ਦਾਦਰ ਹੁੰਦਾ, ਡੱਡੂ ਹੁੰਦੇ ਆ, ਭਾਵ ਉਹ ਪਾਣੀ ਵਿੱਚ ਨਹਾਉਂਦੇ ਰਹਿੰਦੇ, ਤਾਂ ਫਿਰ ਕਿਹੜਾ ਉਹ ਮੁਕਤ ਹੋ ਗਏ ਆ। ਉਹਨਾਂ ਵਾਂਗੂ ਹੀ ਤੁਸੀਂ ਵੀ ਚੁੱਭੇ ਮਾਰਦੇ ਰਹਿੰਦੇ ਹੋ। ਜੈਸਾ ਇੱਕ ਜਗ੍ਹਾ ਹੋਰ ਆਸਾ ਰਾਗ ਵਿੱਚ ਕਬੀਰ ਸਾਹਿਬ ਜੀ ਦਾ ਹੀ ਸ਼ਬਦ ਹੈ, ਜਲ ਕੈ ਮੱਜਨ ਜੇਗਤ ਹੋਵੈ, ਨਿਤ ਨਿਤ ਮੇਂਢਕ ਨਹਾਵੈ। ਮੇਂਢਕ ਫਿਰ ਡੱਡੂ ਹੈ, ਇੱਥੇ ਦਾਦਰ ਆਇਆ ਹੈ, ਉੱਥੇ ਮੇਂਢਕ ਹੈ, ਭਾਵ ਡੱਡੂ ਹੀ ਹੈ। ਜੈਸੇ ਮੇਂਢਕ ਤੈਸੇ ਓਏ ਨਰ, ਫਿਰ ਜੋਨੀ ਆਵੈ ਹੈ। ਮਾਰੇ ਕਹਿੰਦੇ ਜਿੱਦਾਂ ਡੱਡੂ ਹੈ ਉੱਦਾਂ ਹੀ ਉਹ ਨਰ ਵਾ ਜਿਹੜਾ ਇਸ਼ਨਾਨ 'ਤੇ ਵਿਸ਼ਵਾਸ ਰੱਖਦਾ ਕਿ ਵਾਰ-ਵਾਰ ਇਸ਼ਨਾਨ ਕਰੀ ਜਾਓ ਅਤੇ ਨਾਮ ਨਾ ਜਪੋ। ਸੋ ਜੇ ਨਾਮ ਨਹੀਂ ਜਪਿਆ ਤਾਂ ਇਸ਼ਨਾਨ ਕਿਸੇ ਕੰਮ ਨਹੀਂ, ਉਹ ਇੱਕ ਡੱਡੂ ਹੀ ਹੈ। ਜੋ ਪੈ ਰਾਮ ਰਾਮ ਰਤ ਨਾਹੀ, ਜੇਕਰ ਬਹੁੜੋ ਰਮੇ ਹੋਏ ਰਾਮ ਪਰਮਾਤਮਾ ਵਿੱਚ ਪ੍ਰੀਤੀ ਨਹੀਂ ਹੈ, ਜੇਕਰ ਤੁਹਾਡੀ ਬਹੁੜੋ ਰਾਮ ਪਰਮੇਸ਼ਰ ਦੇ ਨਾਮ ਵਿੱਚ ਪ੍ਰੀਤੀ ਨਹੀਂ ਹੈ, ਤੇ ਸਭ ਧਰਮ ਰਾਏ ਕਹਿ ਜਾਹੀ ਰਹਾਉ। ਉਹ ਸਾਰੇ ਕੀਤੇ ਹੋਏ ਕਰਮ ਕਾਂਡ ਦਾ ਹਿਸਾਬ ਕਿਤਾਬ ਕਰਾਉਣ ਵਾਸਤੇ ਧਰਮ ਰਾਜੇ ਦੇ ਘਰ ਕਚਹਿਰੀ ਵਿੱਚ ਜਾਣਾ ਪਵੇਗਾ। ਰਹਾਉ ਵਿਸਰਾਮ ਦੇ ਕੇ ਕਿਰਪਾ ਕਰਦੇ ਹਨ। ਕਾਇਆ ਰਤ ਬਹੁ ਰੂਪ ਰਚਾਹੀ, ਤਿਨ ਕੋ ਦਇਆ ਸੁਪਨੈ ਭੀ ਨਾਹੀ। ਜਿਹੜੇ ਪੁਰਸ਼ ਆਪਣੀ ਕਾਇਆ ਦੇਹ ਵਿੱਚ ਹੀ ਰਤ ਪ੍ਰੀਤੀ ਕਰਦੇ ਹਨ ਤੇ ਧੋਤੀ ਬੰਨਣੀ, ਤਿਲਕ ਲਾਉਣੇ, ਜਾਤ ਦਾ ਅਭਿਮਾਨ ਕਰਨਾ ਇਤਿਆਦਿਕ ਬਹੁਤ ਸਾਰੇ ਰੂਪ ਰਚਾਹੀ ਰਚਾਉਂਦੇ ਹਨ, ਉਹ ਕਸਾਈਆਂ ਦੀ ਨਿਆਈ ਸੁਪਨੇ ਮਾਤਰ ਵੀ ਆਪਣੀ ਕਲਿਆਣ ਦੇ ਤਾਈਂ ਦਇਆ ਨਹੀਂ ਕਰਦੇ। ਸੰਸਾਰ ਰੂਪੀ ਸੁਪਨੇ ਵਿੱਚ ਉਹਨਾਂ ਨੂੰ ਕਿਸੇ ਦੇ ਤਾਈਂ ਕਦੇ ਦਇਆ ਨਹੀਂ ਆਉਂਦੀ। ਚਾਰ ਚਰਨ ਕਹਿ ਬਹੁ ਆਗਰ, ਬਹੁਤ ਸਾਰੇ ਆਗਰ ਮੁਖੀਆ ਪ੍ਰਧਾਨ ਮਹਾਤਮਾ ਜਨ ਉਹਨਾਂ ਨਿਰਦਈ ਪੁਰਸ਼ਾਂ ਨੂੰ ਚਾਰ ਕਹੀਏ ਚਰਨ ਚੌਹਾਂ ਪੈਰਾਂ ਵਾਲੇ ਪਸ਼ੂਆਂ ਦੀ ਨਿਆਈ ਕਹਿੰਦੇ। ਹੋਰ ਵੀ ਕੋਈ ਕਹਿੰਦਾ ਹੈ ਚਾਰ ਚਰਨ, ਚਾਰੇ ਵੇਦ ਸਾਮ ਰਿਗ ਅਥਰਵਣ ਜਜਰ, ਚਾਰ ਚਰਨ ਕਰਮ ਉਪਾਸਨਾ ਗਿਆਨ ਅਤੇ ਤੁਰਿਆ ਪਦ ਕਥਨ ਕਰਦੇ ਹਨ। ਸਾਧੂ ਸੁਖ ਪਾਵਹਿ ਕਲ ਸਾਗਰ, ਇਸ ਪ੍ਰਕਾਰ ਕਲਯੁਗ ਆਦਿਕ ਸੰਸਾਰ ਸਾਗਰ ਵਿੱਚ ਕਲਪਨਾ ਅਵਿਦਿਆ ਆਦਿ ਤੋਂ ਬਚ ਕੇ ਸਾਧੂ ਸ੍ਰੇਸ਼ਟ ਜਨ ਆਨੰਦ ਨੂੰ ਪਾਉਂਦੇ ਹਨ। ਕਹੋ ਕਬੀਰ ਬਹੁ ਕਾਇ ਕਰੀਜੈ, ਸਰਬਸ ਛੋੜ ਮਹਾਰਸ ਪੀਜੈ। ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਹਨ ਕਿ ਬਹੁਤੇ ਕਰਮ ਕਾਂਡਾਂ ਦੇ ਤਾਈਂ ਕਿਉਂ ਕਰਦੇ ਹੋ। ਸਰਬਸ ਸਰਬ ਰਸਾਂ ਨੂੰ, ਸਾਰਾ ਕੁਝ ਛੱਡ ਕਰਕੇ ਮਹਾਰਸ ਬ੍ਰਹਮਾਨੰਦ ਨੂੰ ਪੀਜੈ ਕੀਏ ਪੀਣਾ ਕਰੋ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।